ਕੂਚ ਦੀ ਕਿਤਾਬ ਅਧਿਆਇ 28। ਤੂੰ ਆਪਣੇ ਭਰਾ ਹਾਰੂਨ ਔਰ ਉਸਦੇ ਨਾਲ ਉਸਦੇ ਪੁੱਤਰਾਂ ਨੂੰ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈ, ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ, ਅਰਥਾਤ ਹਾਰੂਨ ਔਰ ਉਸਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ, ਇਥਾਮਾਰ। ਤੂੰ ਆਪਣੇ ਭਰਾ ਹਾਰੂਨ ਲਈ ਪਵਿੱਤਰ ਬਸਤਰ ਪ੍ਰਤਾਪ ਅਤੇ ਸੁਹੱਪਣ ਲਈ ਬਣਾਈ। ਤੂੰ ਸਾਰੇ ਬੁੱਧਵਾਨਾਂ ਨੂੰ, ਜਿਨ੍ਹਾਂ ਵਿੱਚ ਮੈਂ ਬੁੱਧ ਦਾ ਆਤਮਾ ਭਰਿਆ ਹੈ, ਬੋਲੀ ਕਿ ਉਹ ਹਾਰੂਨ ਦੇ ਬਸਤਰ ਉਹਦੀ ਪਵਿੱਤਰਤਾਈ ਲਈ ਬਣਾਉਣ, ਤਾਂ ਜੋ ਉਹ ਜਾਜਕ ਦਾ ਕੰਮ ਮੇਰੇ ਲਈ ਕਰੇ। ਜਿਹੜੇ ਬਸਤਰ ਉਹ ਬਣਾਉਣ ਸੋ ਇਹ ਹਨ: ਇੱਕ ਸੀਨੇ ਬੰਦ, ਇੱਕ ਏਫੋਦ, ਇੱਕ ਜੋਗਾ ਅਤੇ ਇੱਕ ਕੱਢਿਆ ਹੋਇਆ ਕੁੜਤਾ, ਇੱਕ ਅਮਾਮਾ ਅਤੇ ਇੱਕ ਪੇਟੀ। ਸੋ ਇਹ ਪਵਿੱਤਰ ਵਸਤਰ ਤੇਰੇ ਭਰਾ ਹਾਰੂਨ ਅਤੇ ਉਹਦੇ ਪੁੱਤਰਾਂ ਲਈ ਬਣਾਓ, ਤਾਂ ਜੋ ਉਹ ਮੇਰੇ ਲਈ ਜਾਜਕਾਂ ਦਾ ਕੰਮ ਕਰਨ। ਅਤੇ ਉਹ ਸੋਨਾ ਅਤੇ ਨੀਲਾ, बैंगनी और किरमची महीन कतान लेन, और वो येफोद नु सोने अते नीले बैंगनी किरमची महीन ओने होए कतान दा बनाउन, ਅਤੇ ਉਹ ਕਾਰੀਗਰ ਦਾ ਕੰਮ ਹੋਵੇ। ਔਰ ਦੋਹਾਂ ਮੋਢਿਆਂ ਦੀਆਂ ਕਤਰਾਂ ਉਸਦੇ ਦੋਹਾਂ ਸਿਰਿਆਂ ਨੂੰ ਜੋੜ ਦੇਣ, ਯੂੰ ਉਹ ਜੋੜਿਆ ਜਾਵੇ। ਅਤੇ ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹਦੇ ਉੱਤੇ ਹੈ, ਜਿਹਦੇ ਨਾਲ ਉਹ ਕੱਸਿਆ ਜਾਵੇ, ਉਸਦੇ ਕੰਮ ਅਨੁਸਾਰ ਉਸ ਤੋਂ ਹੋਵੇ, ਅਰਥਾਤ ਸੋਨੇ ਅਤੇ ਨੀਲੇ बैंगनी किरमची महीन ओने होए कतान ਦਾ ਹੋਵੇ। ਤੂੰ 2 ਸੁਲੇਮਾਨੀ ਪੱਤਰ ਲੈ ਕੇ ਉਹਨਾਂ ਦੇ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਉਕਰੀ, ਉਹਨਾਂ ਦੇ 6 ਨਾਮ ਇੱਕ ਪੱਤਰ ਉੱਤੇ ਅਤੇ ਬਾਕੀ 6 ਦੂਜੇ ਪੱਤਰ ਉੱਤੇ ਉਹਨਾਂ ਦੇ ਜਨਮ ਦੇ ਅਨੁਸਾਰ ਪੱਤਰਾਂ ਦੀ ਚਿੱਤਰਕਾਰੀ ਦੇ ਕੰਮ ਨਾਲ ਚਾਪ ਦੀ ਉਖਾਰੇ ਵਾਂਗੂ ਤੂੰ ਉਹਨਾਂ ਦੋਹਾਂ ਪੱਤਰਾਂ ਨੂੰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਉਕਰਾਈ, ਅਤੇ ਤੂੰ ਉਹਨਾਂ ਨੂੰ ਸੋਨੇ ਦੇ ਕਾਣੀਆਂ ਵਿੱਚ ਜੜੀ। ਤੂੰ ਏਫੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਇਹ ਦੋਨੋਂ ਪੱਤਰ ਰੱਖੀ, ਉਹ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਤਰ ਹੋਣ। ਯੂੰ ਹਾਰੂਨ ਉਹਨਾਂ ਦੇ ਨਾਮ ਯਹੋਵਾ ਦੇ ਅੱਗੇ ਆਪਣੇ ਦੋਹਾਂ ਮੋਢਿਆਂ ਉੱਤੇ ਯਾਦਗਾਰੀ ਲਈ ਲੈ ਜਾਵੇ। ਤੂੰ ਸੋਨੇ ਦੇ ਕਾਨੇ ਬਣਾਈ ਅਤੇ ਕਾਲਸ ਸੋਨੇ ਦੀਆਂ 2 ਜੰਜਰੀਆਂ ਰੱਸੀਆਂ ਵਾਂਗੂ ਗੁੰਦੇ ਹੋਏ ਕੰਮ ਨਾਲ ਬਣਾਈ, ਅਤੇ ਤੂੰ ਉਹ ਗੁੰਦੀਆਂ ਹੋਈਆਂ ਝੰਜਰੀਆਂ ਨੂੰ ਕਾਨੀਆਂ ਉੱਤੇ ਕੱਸੀ। ਤੂੰ ਇੱਕ ਨਿਆਉ ਦਾ ਸੀਨਾ ਬੰਦ ਕਾਰੀਗਰ ਦੀ ਬਣਤ ਦਾ ਬਣਾਈ, ਏਫੋਦ ਦੇ ਕੰਮ ਵਾਂਗੂ ਉਹਨੂੰ ਬਣਾਈ, ਅਰਥਾਤ ਸੋਨੇ ਅਤੇ ਨੀਲੇ बैंगनी किरमची महीन ओने ਹੋਏ ਕਤਾਨ ਦਾ ਉਹਨੂੰ ਬਣਾਈ। ਉਹ ਚੌਰਸ ਅਤੇ ਦੋਹਰਾ ਹੋਵੇ, ਉਸ ਦੀ ਲੰਬਾਈ 1 ਗਿੱਟ ਅਤੇ ਉਸ ਦੀ ਚੌੜਾਈ 1 ਗਿੱਟ ਹੋਵੇ। ਤੂੰ ਉਸ ਵਿੱਚ ਪੱਤਰਾਂ ਲਈ ਕਾਨੇ ਰੱਖੀ ਅਤੇ ਪੱਤਰਾਂ ਦੀਆਂ 4 ਪਾਲਾਂ ਜੜੀ। ਇੱਕ ਪਾਲ ਵਿੱਚ ਲਾਲ ਅਖੀਕ, ਸੁਨੀਲਾ, ਜ਼ਬਰਜਦ, ਅਰਥਾਤ ਇਹ ਪਹਿਲੀ ਪਾਲ ਹੈ। ਦੂਜੀ ਪਾਲ ਵਿੱਚ ਪੰਨਾ, ਨੀਲਮ, ਦੁਬੀਆ, ਬਿਲੋਰ। ਤੀਜੀ ਪਾਲ ਵਿੱਚ ਜਰਕਨ, ਹਰੀ ਅਖੀਕ, ਕਠੀਲਾ। ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ, ਯਸੂਬ। ਇਹ ਆਪੋ ਆਪਣੇ ਕਾਨੀਆਂ ਵਿੱਚ ਸੋਨੇ ਨਾਲ ਜੜੇ ਜਾਣ। ਉਹ ਪੱਤਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਹੋਣਗੇ, ਅਰਥਾਤ ਉਹਨਾਂ ਦੇ 12 ਨਾਮਾਂ ਦੇ ਅਨੁਸਾਰ ਚਾਪ ਦੀ ਉਖਾਰੀ ਵਾਂਗੂ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ 12 ਗੋਤਾਂ ਲਈ ਹੋਣਗੇ। ਤੂੰ ਸੀਨੇ ਬੰਦ ਉੱਤੇ ਕਾਲਸ ਸੋਨੇ ਦੀ ਝੰਜਰੀ ਰੱਸੀਆਂ ਵਾਂਗੂ ਗੁੰਦੇ ਹੋਏ ਕੰਮ ਦੀ ਬਣਾਈ, ਅਤੇ ਤੂੰ ਸੀਨੇ ਬੰਦ ਉੱਤੇ ਸੋਨੇ ਦੇ 2 ਕੜੇ ਬਣਾਈ, ਅਤੇ ਤੂੰ ਦੋਨੋਂ ਕੜੇ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀ। ਤੂੰ ਉਹਨਾਂ ਦੋਹਾਂ ਗੁੰਦੀਆਂ ਹੋਈਆਂ ਸੋਨੇ ਦੀਆਂ ਝੰਜਰੀਆਂ ਨੂੰ ਸੀਨੇ ਬੰਦ ਦੇ ਸਿਰਿਆਂ ਉੱਤੇ ਉਹਨਾਂ ਦੋਹਾਂ ਕੜੀਆਂ ਵਿੱਚ ਪਾਵੀ, ਔਰ ਦੂਜੇ ਦੋਨੋਂ ਸਿਰੇ ਗੁੰਦੀਆਂ ਹੋਈਆਂ ਝੰਜਰੀਆਂ ਦੇ ਉਹਨਾਂ ਦੋਹਾਂ ਕਾਣੀਆਂ ਵਿੱਚ ਕੱਸੀ, ਅਤੇ ਤੂੰ ਉਹਨਾਂ ਨੂੰ ਏਫੋਦ ਦੇ ਮੋਢਿਆਂ ਦੀਆਂ ਖੱਦਰਾਂ ਉੱਤੇ ਅਗਲੇ ਪਾਸੇ ਰੱਖੀ। ਤੂੰ ਸੋਨੇ ਦੇ 2 ਕੜੇ ਬਣਾਈ, ਅਤੇ ਤੂੰ ਉਹਨਾਂ ਨੂੰ ਸੀਨੇ ਬੰਦ ਦੇ
ਦੋਹਾਂ ਸਿਰਿਆਂ ਵਿੱਚ ਪਾਵੀ, ਜਿਹੜੇ ਏਫੋਦ ਦੀ ਕਿਨਾਰੀ ਦੇ ਅੰਦਰਲੇ ਪਾਸੇ ਹਨ। ਤਾਂ ਤੂੰ ਸੋਨੇ ਦੇ 2 ਹੋਰ ਕੜੇ ਬਣਾਈ, ਔਰ ਤੂੰ ਉਹਨਾਂ ਨੂੰ ਏਫੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਕੱਢੇ ਹੋਏ ਪਟਕੇ ਦੇ ਉੱਤੇ ਰੱਖੀ, ਤਾਂ ਜੋ ਸੀਨੇ ਬੰਦ ਨੂੰ ਉਸਦੇ ਕੜੀਆਂ ਨਾਲ ਏਫੋਦ ਦੇ ਕੜੀਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਉਹ ਅਜਿਹਾ ਬੰਨਣ ਕਿ ਉਹ ਏਫੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਉੱਤੇ ਰਹੇ ਅਤੇ ਸੀਨਾ ਬੰਦ ਏਫੋਦ ਦੇ ਉੱਤੇ ਨਾ ਖੁੱਲੇ। ਯੂੰ ਹਾਰੂਨ ਇਸਰਾਏਲ ਦੇ ਪੁੱਤਰਾਂ ਦੇ ਨਿਆਓ ਦੇ ਸੀਨੇ ਬੰਦ ਵਿੱਚ ਆਪਣੇ ਹਿਰਦੇ ਉੱਤੇ ਚੁੱਕੇ ਜਦ ਉਹ ਪਵਿੱਤਰ ਅਸਥਾਨ ਵਿੱਚ ਜਾਵੇ, ਤਾਂ ਜੋ ਯਹੋਵਾ ਦੇ ਸਨਮੁਖ ਇਹ ਸਦਾ ਦੀ ਯਾਦਗਿਰੀ ਹੋਵੇ। ਤੂੰ ਨਿਆਓ ਦੇ ਸੀਨੇ ਬੰਦ ਵਿੱਚ ਊਰੀਮ ਔਰ ਤੁਮੀਮ ਪਾਵੀ, ਔਰ ਯੂੰ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾ ਦੇ ਸਨਮੁਖ ਜਾਵੇ। ਔਰ ਹਾਰੂਨ ਇਸਰਾਏਲ ਦੇ ਪੁੱਤਰਾਂ ਦਾ ਨਿਆਓ ਆਪਣੇ ਹਿਰਦੇ ਉੱਤੇ ਯਹੋਵਾ ਦੇ ਸਨਮੁਖ ਸਦਾ ਲਈ ਚੁੱਕੇ। ਤੂੰ ਏਫੋਦ ਦੇ ਚੌਗੇ ਨੂੰ ਸਾਰਾ ਨੀਲੇ ਰੰਗ ਦਾ ਬਣਾਈ ਅਤੇ ਉਹਦੇ ਵਿਚਕਾਰ ਉਸਦੇ ਸਿਰ ਲਈ ਚੇਕ ਹੋਵੇ ਅਤੇ ਚੇਕ ਦੇ ਚਫੇਰੇ ਇੱਕ ਉੰਨੀ ਹੋਈ ਕੋਰ ਹੋਵੇ, ਸੰਜੋਂ ਦੇ ਚੇਕ ਵਰਗੀ, ਤਾਂ ਜੋ ਉਹ ਨਾ ਪਾਟੇ। ਤੂੰ ਉਸਦੇ ਪੱਲੇ ਦੇ ਘੇਰੇ ਉੱਤੇ ਨੀਲੇ, ਬੈਂਗਨੀ ਅਤੇ ਕਿਰਮਚੀ ਰੰਗ ਦੇ ਅਨਾਰ ਬਣਾਈ ਅਤੇ ਉਹਨਾਂ ਦੇ ਵਿਚਕਾਰ ਆਲੇ ਦੁਆਲੇ ਸੋਨੇ ਦੇ ਘੁੰਗਰੂ ਪਾਵੀ, ਅਰਥਾਤ ਸੋਨੇ ਦਾ ਘੁੰਗਰ ਅਤੇ ਇੱਕ ਅਨਾਰ, ਔਰ ਸੋਨੇ ਦਾ ਘੁੰਗਰ ਅਤੇ ਇੱਕ ਅਨਾਰ ਚੋਗੇ ਦੇ ਪੱਲੇ ਦੇ ਘੇਰੇ ਉੱਤੇ ਹੋਣ। ਉਹ ਹਾਰੂਨ ਉਤੇ ਉਪਾਸਨਾ ਲਈ ਹੋਵੇ ਅਤੇ ਉਹਨਾਂ ਦੀ ਆਵਾਜ਼ ਸੁਣਾਈ ਦੇਵੇ ਜਦ ਉਹ ਯਹੋਵਾ ਦੇ ਪਵਿੱਤਰ ਅਸਥਾਨ ਵਿੱਚ ਵੜੇ ਤਾਂ ਜਾਂ ਨਿਕਲੇ, ਤਾਂ ਜੋ ਉਹ ਮਰ ਨਾ ਜਾਵੇ। ਤੂੰ ਕਾਲਸ ਸੋਨੇ ਦਾ ਇੱਕ ਚਮਕੀਲਾ ਪੱਤਰਾ ਬਣਾਈ ਅਤੇ ਉਹਦੇ ਉੱਤੇ ਚਾਪ ਦੀ ਉਕਰਾਈ ਵਰਗਾ ਇਹ ਉਕਰੀ ਯਹੋਵਾ ਲਈ ਪਵਿੱਤਰਤਾਈ। ਤੂੰ ਉਹਦੇ ਵਿੱਚ ਨੀਲੀ ਡੋਰ ਪਾਵੀ ਅਤੇ ਉਹ ਅਮਾਮੇ ਉੱਤੇ ਹੋਵੇ, ਅਰਥਾਤ ਅਮਾਮੇ ਦੇ ਅਗਲੇ ਪਾਸੇ ਉੱਤੇ। ਯੂੰ ਉਹ ਹਾਰੂਨ ਦੇ ਸ਼ਸਤਰ ਉੱਤੇ ਹੋਵੇ, ਤਾਂ ਜੋ ਹਾਰੂਨ ਪਵਿੱਤਰ ਵਸਤਾਂ ਦੇ ਦੋਸ਼ ਨੂੰ ਚੁੱਕੇ, ਜਿਹੜੇ ਇਸਰਾਏਲੀ ਪਵਿੱਤਰ ਹਾਰੂਨ ਅਰਥਾਤ ਉਹਨਾਂ ਦੇ ਸਾਰੇ ਪਵਿੱਤਰ ਪੁੰਨਦਾਨ, ਅਤੇ ਉਹ ਉਸਦੇ ਸ਼ਸਤਰ ਉੱਤੇ ਸਦਾ ਲਈ ਹੋਵੇ, ਤਾਂ ਜੋ ਯਹੋਵਾ ਦੇ ਸਨਮੁਖ ਉਹਨਾਂ ਦੀ ਮਨਜ਼ੂਰੀ ਹੋਵੇ। ਤੂੰ ਮਹੀਨ ਕਤਾਨ ਦਾ ਕੁੜਤਾ ਕੱਢੀ, ਔਰ ਤੂੰ ਮਹੀਨ ਕਤਾਨ ਦਾ ਅਮਾਮਾ ਬਣਾਈ ਅਤੇ ਇੱਕ ਪੇਟੀ ਹਸੀਦੇ-ਕਾਰ ਦੇ ਕੰਮ ਦੀ ਬਣਾਈ। ਤੂੰ ਹਾਰੂਨ ਦੇ ਪੁੱਤਰ ਲਈ ਕੁੜਤੇ ਬਣਾਈ ਅਤੇ ਤੂੰ ਉਹਨਾਂ ਦੇ ਲਈ ਪੇਟੀਆਂ ਬਣਾਈ, ਨਾਲੇ ਤੂੰ ਉਹਨਾਂ ਲਈ ਪ੍ਰਤਾਪ ਅਤੇ ਸੁਹੱਪਣੇ ਦੇ ਸਾਫੇ ਬਣਾਈ। ਔਰ ਤੂੰ ਆਪਣੇ ਭਰਾ ਹਾਰੂਨ ਅਤੇ ਉਸਦੇ ਨਾਲ ਉਹਦੇ ਪੁੱਤਰਾਂ ਨੂੰ ਇਹ ਪਵਾਈ, ਔਰ ਤੂੰ ਉਹਨਾਂ ਨੂੰ ਮਸਾਂ ਕਰੀ ਅਤੇ ਉਹਨਾਂ ਨੂੰ ਤਾਪੀ ਅਤੇ ਉਹਨਾਂ ਨੂੰ ਪਵਿੱਤਰ ਕਰੀ, ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ। ਤੂੰ ਉਹਨਾਂ ਲਈ ਕਤਾਨ ਦੀ ਕੱਜ ਉਹਨਾਂ ਦੇ ਨੰਗੇਜ ਦੇ ਕੱਜਣ ਲਈ ਬਣਾਈ, ਉਹ ਲੱਕ ਤੋਂ ਪੱਟਾਂ ਤੱਕ ਹੋਵੇ ਅਤੇ ਉਹ ਹਾਰੂਨ ਅਤੇ ਉਹਦੇ ਪੁੱਤਰਾਂ ਉੱਤੇ ਹੋਵੇ। ਜਦ ਉਹ ਮੰਡਲੀ ਦੇ ਤੰਬੂ ਵਿੱਚ ਵੜਨ ਜਾਂ ਜਗਵੇਦੀ ਕੋਲ ਜਾਣ ਪਈ, ਉਹ ਪਵਿੱਤਰ ਅਸਥਾਨ ਵਿੱਚ ਉਪਾਸਨਾ ਕਰਨ, ਅਜਿਹਾ ਨਾ ਹੋਵੇ ਪਈ ਉਹ ਅਪਰਾਧੀ ਹੋ ਕੇ ਮਰਨ। ਇਹ ਉਹਦੇ ਲਈ ਅਤੇ ਉਹਦੇ ਪਿੱਛੋਂ ਉਹਦੀ ਅੰਸ਼ ਲਈ ਸਦਾ ਦੀ ਵਿਧੀ ਹੈ। ਪਹਿਲਾ ਰਾਜਿਆਂ ਦੀ ਪੋਥੀ ਅਧਿਆਇ 22। 3 ਵਰਿਆਂ ਤੱਕ ਉਹ ਅਮਨ ਨਾਲ ਟਿਕੇ ਰਹੇ
ਅਤੇ ਆਰਾਮ ਅਤੇ ਇਸਰਾਏਲ ਵਿੱਚ ਕੋਈ ਲੜਾਈ ਨਾ ਹੋਈ। ਤਾਂ ਤੀਜੇ ਵਰੇ ਯੂੰ ਹੋਇਆ ਕਿ ਯਹੂਦਾ ਦਾ ਪਾਦਸ਼ਾਹ ਯਹੋਸ਼ਾਫਾਤ ਇਸਰਾਏਲ ਦੇ ਪਾਦਸ਼ਾਹ ਕੋਲ ਹਠਾੜ ਨੂੰ ਆਇਆ ਅਤੇ ਇਸਰਾਏਲ ਦੇ ਪਾਦਸ਼ਾਹ ਨੇ ਆਪਣੇ ਟਹਿਲਵਾਨ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ ਰਾਮੋਤ ਗਿਲਿਆਦ ਸਾਡਾ ਹੈ, ਭਲਾ ਅਸੀਂ ਚੁੱਪ ਕਰਕੇ ਬੈਠ ਰਹੀਏ ਅਤੇ ਉਸ ਨੂੰ ਆਰਾਮ ਦੇ ਰਾਜਾ ਕੋਲੋਂ ਮੋੜ ਕੇ ਨਾ ਲਈਏ। ਉਹਨੇ ਯਹੋਸ਼ਾਫਾਤ ਨੂੰ ਆਖਿਆ ਕਿ ਤੂੰ ਮੇਰੇ ਨਾਲ ਰਾਮੋਤ ਗਿਲਿਆਦ ਨੂੰ ਲੜਾਈ ਲਈ ਚੱਲੇਗਾ? ਤਾਂ ਯਹੋਸ਼ਾਫਾਤ ਨੇ ਇਸਰਾਏਲ ਦੇ ਪਾਦਸ਼ਾਹ ਨੂੰ ਆਖਿਆ, ਜੇ ਹਾਂ ਤੂੰ ਤੇ ਹਾਂ ਮੈਂ, ਜੇ ਹਾਂ ਤੇ ਹਾਂ ਲੋਕ ਤੇਰੇ ਮੇਰੇ ਲੋਕ, ਜਿਹੇ ਤੇਰੇ ਖੋੜੇ ਤੇ ਮੇਰੇ ਖੋੜੇ। ਉਪਰੰਤ ਯਹੋਸ਼ਾਫਾਤ ਨੇ ਇਸਰਾਏਲ ਦੇ ਪਾਦਸ਼ਾਹ ਨੂੰ ਆਖਿਆ, ਅੱਜ ਜ਼ਰਾ ਯਹੋਵਾ ਦੇ ਵਚਨ ਦੀ ਤਾਂ ਪੁੱਛ ਕਰੀ। ਤਾਂ ਇਸਰਾਏਲ ਦੇ ਪਾਦਸ਼ਾਹ ਨੇ ਨਬੀਆਂ ਨੂੰ ਜੋ 400 ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਆਖਿਆ ਕਿ ਮੈਂ ਰਾਮੋਤ ਗਿਲਿਆਦ ਦੇ ਵਿਰੋਧ ਲੜਾਈ ਲਈ ਚੜਾਈ ਕਰਾਂ ਜਾਂ ਜਾਣ ਦਿਆਂ? ਉਹਨਾਂ ਆਖਿਆ, ਛੱਡ ਜਾ, ਕਿਉਂ ਜੋ ਯਹੋਵਾ ਉਸ ਨੂੰ ਪਾਦਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਤਾਂ ਯਹੋਸ਼ਾਫਾਤ ਨੇ ਆਖਿਆ, ਇਨ੍ਹਾਂ 2 ਵਾਰਾਂ ਯਹੋਵਾ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਸਦੇ ਕੋਲੋਂ ਵੀ ਪੁੱਛੀਏ? ਤਾਂ ਇਸਰਾਏਲ ਦੇ ਪਾਦਸ਼ਾਹ ਨੇ ਯਹੋਸ਼ਾਫਾਤ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਹਦੇ ਰਾਹੀਂ ਅਸੀਂ ਯਹੋਵਾ ਤੋਂ ਪੁੱਛੀਏ, ਉਹ ਇਮਲਾ ਦਾ ਪੁੱਤਰ ਮਿਖਾਇਆ ਹੈ, ਪਰ ਮੈਨੂੰ ਉਸ ਤੋਂ ਖਿੜ ਹੈ ਜੋ ਉਹ ਮੇਰੇ ਵਿਕੇ ਭਲਾਈ ਨਹੀਂ ਸਗੋਂ ਬੁਰੀਆਈ ਦਾ ਅਗਮ ਬਚਦਾ ਹੈ। ਯਹੋਸ਼ਾਫਾਤ ਨੇ ਆਖਿਆ, ਪਾਦਸ਼ਾਹ ਯੂੰ ਨਾ ਆਖੇ। ਤਦ ਇਸਰਾਏਲ ਦੇ ਪਾਦਸ਼ਾਹ ਨੇ ਇੱਕ ਕੁਸਰੇ ਨੂੰ ਸੱਦ ਕੇ ਆਖਿਆ, ਇਮਲਾ ਦੇ ਪੁੱਤਰ ਮਿਖਾਇਆ ਨੂੰ ਛੇਤੀ ਲਿਆ। ਇਸਰਾਏਲ ਦਾ ਪਾਦਸ਼ਾਹ ਅਤੇ ਯਹੂਦਾ ਦਾ ਪਾਦਸ਼ਾਹ ਯਹੋਸ਼ਾਫਾਤ ਆਪੋ ਆਪਣੀਆਂ ਰਾਜਗਦੀਆਂ ਉੱਤੇ ਪਾਦਸ਼ਾਹੀ ਬਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਮਾਰਿਆ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਬੀ ਉਹਨਾਂ ਦੇ ਅੱਗੇ ਅਗਮ ਵਾਚ ਰਹੇ ਸਨ। ਕਨਾਨਾ ਦੇ ਪੁੱਤਰ ਸਿਦਕਿਆ ਨੇ ਆਪਣੇ ਲਈ ਲੋਹੇ ਦੇ ਸਿੰਘ ਬਣਾਏ ਔਰ ਆਖਿਆ, ਯਹੋਵਾ ਯੂੰ ਫਰਮਾਉਂਦਾ ਹੈ ਭਈ ਇਹਨਾਂ ਨਾਲ ਤੁਸੀਂ ਆਰਾਮੀਆਂ ਨੂੰ ਜਦ ਤੱਕ ਉਹ ਮੁੱਕ ਨਾ ਜਾਣ ਤਸੀ ਜਾਓਗੇ। ਅਤੇ ਸਾਰੇ ਨਬੀ ਯੂੰ ਅਗਮ ਵਾਚ ਰਹੇ ਸਨ ਕਿ ਰਾਮੋਤ ਗਿਲਿਆਦ ਉੱਤੇ ਚੜ ਜਾਓ ਅਤੇ ਫਤਹ ਪਾਓ, ਕਿਉਂ ਜੋ ਯਹੋਵਾ ਉਸ ਨੂੰ ਫਤਹ ਦੇ ਹੱਥ ਵਿੱਚ ਕਰ ਦੇਵੇਗਾ। ਉਹ ਹਲਕਾਰਾ ਜੋ ਮਿਕਾਇਆ ਨੂੰ ਸੱਦਣ ਗਿਆ ਸੀ ਉਹਨੂੰ ਬੋਲਿਆ, ਜ਼ਰਾ ਵੇਖੀ ਨਾ ਕਿ ਨਬੀ ਇੱਕ ਮੂੰਹ ਹੋ ਕੇ ਪਾਦਸ਼ਾਹ ਲਈ ਭਲਾਈ ਦੀਆਂ ਗੱਲਾਂ ਦੱਸਦੇ ਹਨ, ਤੇਰੀ ਗੱਲ ਵੀ ਉਹਨਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਭਲਾਈ ਬੋਲੀ। ਅੱਗੋਂ ਮਿਖਾਇਆ ਨੇ ਆਖਿਆ, ਜੀਵਦੇ ਯਹੋਵਾ ਦੀ ਸਹੁੰ, ਜੋ ਕੁਝ ਯਹੋਵਾ ਮੈਨੂੰ ਫਰਮਾਵੇਗਾ ਉਹ ਹੀ ਬੋਲਾਂਗਾ। ਜੋ ਉਹ ਪਾਦਸ਼ਾਹ ਕੋਲ ਆਇਆ ਤਾਂ ਪਾਦਸ਼ਾਹ ਨੇ ਉਹਨੂੰ ਆਖਿਆ, ਹੇ ਮਿਖਾਇਆ, ਭਲਾ ਅਸੀਂ ਰਾਮੋਤ ਗਿਲਿਆਦ ਉੱਤੇ ਚੜਾਈ ਕਰਨ ਜਾਈਏ ਜਾਂ ਰੁਕੇ ਰਹੀਏ? ਤਾਂ ਉਹਨੇ ਉਸ ਨੂੰ ਆਖਿਆ, ਚੜ ਜਾਓ ਔਰ ਫਤਹ ਪਾਓ, ਕਿਉਂ ਜੋ ਯਹੋਵਾ ਉਸ ਨੂੰ ਪਾਦਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਤਾਂ ਪਾਦਸ਼ਾਹ ਨੇ ਉਹਨੂੰ ਆਖਿਆ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ ਭਈ ਤੂੰ ਮੈਨੂੰ ਯਹੋਵਾ ਦੇ ਨਾਮ ਉੱਤੇ ਸੱਚਾਈ ਤੋਂ ਬਿਨਾਂ ਕੁਝ ਹੋਰ ਨਾ ਦੱਸੇ? ਤਦ ਉਹਨੇ ਆਖਿਆ, ਮੈਂ ਸਾਰੇ ਇਸਰਾਏਲ ਨੂੰ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਅਯਾਲੀ ਨਹੀਂ ਪਹਾੜਾਂ ਉੱਤੇ ਕਿੰਡ ਜਾਣਾ ਡਿੱਠਾ ਅਤੇ ਯਹੋਵਾ ਨੇ ਫਰਮਾਇਆ ਕਿ ਜਿਨ੍ਹਾਂ ਦਾ ਮਾਲਕ ਨਹੀਂ ਉਹਨਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲਾਹ ਵਿੱਚ ਜਾਵੇ। ਉਪਰੰਤ ਇਸਰਾਏਲ ਦੇ ਪਾਦਸ਼ਾਹ ਨੇ ਯਹੋਸ਼ਾਫਾਤ ਨੂੰ ਆਖਿਆ, ਭਲਾ ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਾਈ ਨਹੀਂ ਸਗੋਂ ਬੁਰੀਆਈ ਵਾਚੇਗਾ? ਉਹਨੇ ਫਿਰ ਆਖਿਆ, ਇਸ ਲਈ ਤੁਸੀਂ ਯਹੋਵਾ ਦਾ ਵਚਨ ਸੁਣੋ। ਮੈਂ ਯਹੋਵਾ ਨੂੰ ਆਪਣੇ ਸਿੰਘਾਸਨ ਉੱਤੇ ਬੈਠਿਆਂ ਡਿੱਠਾ ਅਤੇ ਸਵਰਗ ਦੀ ਸਾਰੀ ਸੈਨਾ ਉਹਦੇ ਅੱਗੇ ਸੱਜੇ ਅਤੇ ਖੱਬੇ ਖਲੋਤੀ ਸੀ। ਤਾਂ ਯਹੋਵਾ ਨੇ ਆਖਿਆ, ਕੌਣ ਆਹਾਬ ਨੂੰ ਫਰਮਾਵੇਗਾ ਜੋ ਉਹ ਚੜ ਕੇ ਰਾਮੋਤ ਗਿਲਿਆਦ ਕੋਲ ਡਿੱਗ ਮਰੇ? ਤਾਂ ਇੱਕ ਇਸ ਤਰ੍ਹਾਂ ਬੋਲਿਆ ਔਰ ਇੱਕ
ਉਸ ਤਰ੍ਹਾਂ ਬੋਲਿਆ ਤਾਂ ਇੱਕ ਆਤਮਾ ਨਿਕਲ ਕੇ ਯਹੋਵਾ ਦੇ ਅੱਗੇ ਜਾ ਖਲੋਤਾ ਹਰ ਆਖਿਆ ਮੈਂ ਉਸ ਨੂੰ ਪਰਮਾਵਾਂਗਾ। ਤਾਂ ਯਹੋਵਾ ਨੇ ਪੁੱਛਿਆ ਕਿਸ ਤਰ੍ਹਾਂ? ਉਸ ਆਖਿਆ ਮੈਂ ਜਾ ਕੇ ਇੱਕ ਛੋਟਾ ਆਤਮਾ ਉਸਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਪਨਾਂਗਾ। ਤਾਂ ਉਹਨੇ ਆਖਿਆ ਤੂੰ ਉਸ ਨੂੰ ਫਰਮਾ ਲਏਗਾ ਅਤੇ ਜਿੱਤੇਗਾ। ਜਾ ਔਰ ਯੂੰ ਕਰ। ਹੁਣ ਵੇਖੋ ਯਹੋਵਾ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਛੋਟਾ ਆਤਮਾ ਪਾ ਦਿੱਤਾ ਹੈ, ਪਰ ਯਹੋਵਾ ਤੁਹਾਡੇ ਲਈ ਬੁਰੀਆਈ ਬੋਲਿਆ ਹੈ। ਤਾਂ ਕਨਾਨਾ ਦੇ ਪੁੱਤਰ ਸਿਦਕਿਯ੍ਯਾਹ ਨੇ ਨੇੜੇ ਆਕੇ ਮਿਖਾਇਆ ਨੂੰ ਗਲ ਉੱਤੇ ਮਾਰਿਆ ਅਤੇ ਆਖਿਆ ਯਹੋਵਾ ਦਾ ਆਤਮਾ ਕਿਸ ਰਾਹ ਤਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ। ਪਰ ਮਿਖਾਇਆ ਨੇ ਆਖਿਆ ਵੇਖ ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁਕਣ ਨੂੰ ਵੜੇਗਾ ਤਦ ਤੂੰ ਵੇਖੇਗਾ। ਤਦ ਇਸਰਾਏਲ ਦੇ ਪਾਦਸ਼ਾਹ ਨੇ ਆਖਿਆ ਮਿਖਾਇਆ ਨੂੰ ਫੜ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਦਸ਼ਾਹ ਦੇ ਪੁੱਤਰ ਯੋਆਬ ਕੋਲ ਮੋੜ ਲੈ ਜਾ ਅਤੇ ਆਖ ਪਈ ਪਾਦਸ਼ਾਹ ਯੂੰ ਫਰਮਾਉਂਦਾ ਹੈ ਕਿ ਮੇਰੇ ਸੁਖ ਸੰਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਸ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ। ਪਰ ਮਿਖਾਇਆ ਨੇ ਆਖਿਆ ਜੇ ਕਰ ਤੁਸੀਂ ਜਦੀ ਸੁਖ ਸੰਤ ਨਾਲ ਮੁੜ ਆਓ ਤਾਂ ਯਹੋਵਾ ਮੇਰੇ ਰਾਹੀ ਨਹੀਂ ਬੋਲਿਆ। ਨਾਲੇ ਉਹਨੇ ਆਖਿਆ ਹੇ ਲੋਕੋ ਤੁਸੀਂ ਸਭ ਦੇ ਸਭ ਸੁਣ ਲਵੋ। ਤਾਂ ਇਸਰਾਏਲ ਦਾ ਪਾਦਸ਼ਾਹ ਅਤੇ ਯਹੂਦਾ ਦਾ ਪਾਦਸ਼ਾਹ ਯਹੋਸ਼ਾਫਾਤ ਰਾਮੋਤ ਗਿਲਯਾਦ ਨੂੰ ਛੜੇ ਅਤੇ ਇਸਰਾਏਲ ਦੇ ਪਾਦਸ਼ਾਹ ਨੇ ਯਹੋਸ਼ਾਫਾਤ ਨੂੰ ਆਖਿਆ ਮੈਂ ਆਪਣਾ ਭੇਸ ਵਟਾ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਬਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਦਸ਼ਾਹ ਭੇਸ ਵਟਾ ਕੇ ਲੜਾਈ ਵਿੱਚ ਗਿਆ। ਪਰ ਆਰਾਮ ਦੇ ਰਾਜੇ ਨੇ ਆਪਣੇ ਰੱਦਾਂ ਤੇ ਪੱਤਿਆਂ ਸਰਦਾਰਾਂ ਨੂੰ ਹੁਕਮ ਦਿੱਤਾ ਪਈ ਇਸਰਾਏਲ ਦੇ ਪਾਦਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ। ਤਾਂ ਯੂੰ ਹੋਇਆ ਕਿ ਜਦ ਰੱਦਾਂ ਦੇ ਸਰਦਾਰਾਂ ਨੇ ਯਹੋਸ਼ਾਫਾਤ ਨੂੰ ਡਿੱਠਾ ਤਾਂ ਉਹਨਾਂ ਨੇ ਆਖਿਆ ਇਸਰਾਏਲ ਦਾ ਪਾਦਸ਼ਾਹ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ। ਪਰ ਯਹੋਸ਼ਾਫਾਤ ਚਿल्लाया ਅਤੇ ਯੂੰ ਹੋਇਆ ਕਿ ਜਦ ਰੱਦਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਦਸ਼ਾਹ ਨਹੀਂ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ ਅਤੇ ਕਿਸੇ ਮਨੁੱਖ ਨੇ ਅਟਕਲ ਪਛੂ ਆਪਣਾ ਧਨੁਖ ਖਿੱਚ ਕੇ ਇਸਰਾਏਲ ਦੇ ਪਾਦਸ਼ਾਹ ਨੂੰ ਸੱਜੋਂ ਦੇ ਜੋੜ ਵਿੱਚ ਤੀਰ ਮਾਰਿਆ। ਤਾਂ ਉਸ ਆਪਣੇ ਸਾਰਥੀ ਨੂੰ ਆਖਿਆ ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਕੇ ਲੈ ਚੱਲ, ਕਿਉਂ ਜੋ ਮੈਂ ਫਟੜ ਹੋ ਗਿਆ ਹਾਂ। ਅਤੇ ਲੜਾਈ ਉਸ ਦਿਨ ਵੱਧ ਗਈ ਔਰ ਪਾਦਸ਼ਾਹ ਆਰਾਮੀਆਂ ਦੇ ਸਾਹਮਣੇ ਰੱਦ ਉੱਤੇ ਥੰਮਿਆ ਰਿਹਾ ਅਤੇ ਸੰਜ ਨੂੰ ਮਰ ਗਿਆ ਅਤੇ ਲਹੂ ਉਹਦੇ ਜ਼ਖਮ ਤੋਂ ਰੱਦ ਦੇ ਵਿੱਚ ਵਗਦਾ ਰਿਹਾ। ਅਤੇ ਸੂਰਜ ਦੇ ਆਥਣ ਦੇ ਵੇਲੇ ਦਲ ਦੇ ਵਿੱਚ ਇਹੋ ਹੋਕਾ ਫਿਰਾਇਆ ਗਿਆ ਕਿ ਹਰ ਕੋਈ ਆਪੋ ਆਪਣੇ ਸ਼ਹਿਰ ਅਤੇ ਹਰ ਕੋਈ ਆਪੋ ਆਪਣੇ ਦੇਸ਼ ਨੂੰ ਤੁਰ ਜਾਵੇ। ਸੋ ਪਾਦਸ਼ਾਹ ਮਰ ਗਿਆ ਔਰ ਉਹਨੂੰ ਸਮਾਰੀਆ ਵਿੱਚ ਲੈ ਗਏ ਅਤੇ ਉਹਨੇ ਪਾਦਸ਼ਾਹ ਨੂੰ ਸਮਾਰੀਆ ਵਿੱਚ ਦੱਬ ਦਿੱਤਾ ਅਤੇ ਰੱਦ ਨੂੰ ਸਮਾਰੀਆ ਦੇ ਤਲਾਬ ਵਿੱਚ ਤੋਤਾ ਜਿੱਤੇ ਬੇਸਵਾ ਨਹਾਉਂਦੀਆਂ ਹੁੰਦੀਆਂ ਸਨ। ਅਤੇ ਯਹੋਵਾ ਦੇ ਬਚਨ ਅਨੁਸਾਰ ਜੋ ਉਹ ਬੋਲਿਆ ਕੁੱਤਿਆਂ ਨੇ ਆਖੇ ਉਹਦਾ ਲਹੂ ਛੱਟਿਆ। ਆਹਾਬ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸਨੇ ਕੀਤਾ ਅਤੇ ਉਹ ਹਾਥੀ ਦੰਦ ਦਾ ਘਰ ਜੋ ਉਸਨੇ ਬਣਾਇਆ ਅਤੇ ਉਹ ਸਾਰੇ ਸ਼ਹਿਰ ਜੋ ਉਸਨੇ ਉਸਾਰੇ ਕੀ ਉਹ ਸਭ ਇਸਰਾਏਲ ਦੀਆਂ ਪਾਦਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਗਏ। ਸੋ ਆਹਾਬ ਆਪਣੇ ਪਿਓ ਦਾਦਿਆਂ ਦੇ ਨਾਲ ਸੋ ਗਿਆ ਅਤੇ ਉਸ ਦਾ ਪੁੱਤਰ ਅਹਜ਼ਿਆ ਉਸ ਦੇ ਤਾਂ ਰਾਜ ਕਰਨ ਲੱਗਾ। ਆਸਾ ਦਾ ਪੁੱਤਰ ਯਹੋਸ਼ਾਫਾਤ ਇਸਰਾਏਲ ਦੇ ਪਾਦਸ਼ਾਹ ਆਹਾਬ ਦੇ ਚੌਥੇ
ਚੌਥੇ ਵਰੇ ਵਿੱਚ ਯਹੂਦਾ ਉੱਤੇ ਰਾਜ ਕਰਨ ਲੱਗਾ। ਯਹੋਸ਼ਾਫਾਤ 35 ਵਰਿਆਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਯਰੂਸ਼ਲਮ ਵਿੱਚ 5 ਵਰੇ ਰਾਜ ਕੀਤਾ ਅਤੇ ਉਹਦੀ ਮਾਤਾ ਦਾ ਨਾਮ ਸਿਲਹੀ ਦੀ ਧੀ ਅਜ਼ੂਬਾ ਸੀ। ਉਹ ਆਪਣੇ ਪਿਤਾ ਆਸਾ ਦੇ ਸਾਰੇ ਰਾਹ ਵਿੱਚ ਚੱਲਦਾ ਰਿਹਾ। ਉਹ ਉਸ ਤੋਂ ਨਹੀਂ ਮੜਿਆ, ਪਰ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਉਹ ਕਰਦਾ ਰਿਹਾ। ਤਾਂ ਵੀ ਉੱਚੇ ਅਸਥਾਨ ਢਾਹੇ ਨਾ ਗਏ, ਸਗੋਂ ਅਜੇ ਲੋਕ ਉਹਨਾਂ ਉੱਚੀਆਂ ਥਾਵਾਂ ਵਿੱਚ ਬਲੀਆਂ ਚੜਾਉਂਦੇ ਅਤੇ ਧੂਪ ਦਿਖਾਉਂਦੇ ਸਨ। ਯਹੋਸ਼ਾਫਾਤ ਨੇ ਇਸਰਾਏਲ ਦੇ ਪਾਤਸ਼ਾਹ ਨਾਲ ਮੇਲ ਕੀਤਾ। ਯਹੋਸ਼ਾਫਾਤ ਦੀਆਂ ਬਾਕੀ ਗੱਲਾਂ ਅਤੇ ਉਹਦਾ ਬਲ ਜੋ ਉਹਨੇ ਵਿਖਾਇਆ ਔਰ ਉਹ ਕਿਵੇਂ ਲੜਿਆ ਕਿ ਇਹ ਯਹੂਦਾ ਦੇ ਪਾਤਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਸਨ। ਅਤੇ ਉਹਨਾਂ ਗਾਂਡੂਆਂ ਨੂੰ ਜੋ ਉਹਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ, ਉਹਨੇ ਦੇਸ਼ੋਂ ਕੱਢ ਦਿੱਤਾ। ਅਦੋਮ ਵਿੱਚ ਕੋਈ ਰਾਜਾ ਨਹੀਂ ਸੀ, ਇੱਕ ਗੁਮਾਸਤਾ ਰਾਜ ਕਰਦਾ ਸੀ। ਯਹੋਸ਼ਾਫਾਤ ਨੇ ਤਰਸੀਸੀ ਜਹਾਜ਼ ਬਣਾਏ ਤਾਂ ਜੋ ਉਹ ਸੋਨੇ ਲਈ ਓਫੀਰ ਨੂੰ ਜਾਣ, ਪਰ ਉਹ ਗਏ ਨਾ ਕਿਉਂਜੋ ਉਹ ਜਹਾਜ਼ ਅਸਿਯੋਨ ਗਬਰ ਕੋਲ ਟੁੱਟ ਗਏ। ਤਦ ਅਹਾਬ ਦੇ ਪੁੱਤਰ ਅਹਜ਼ੀਆ ਨੇ ਯਹੋਸ਼ਾਫਾਤ ਨੂੰ ਆਖਿਆ, ਭਈ ਜਹਾਜ਼ਾਂ ਉੱਤੇ ਆਪਣੀਆਂ ਟਹਿਲਵਾਂ ਨਾਲ ਮੇਰੇ ਟਹਿਲਵਾਂ ਨੂੰ ਜਾਣ ਦੇ। ਪਰ ਯਹੋਸ਼ਾਫਾਤ ਨੇ ਨਾ ਕਰ ਦਿੱਤੀ। ਤਾਂ ਯਹੋਸ਼ਾਫਾਤ ਆਪਣੇ ਪਿਓ ਦਾਦਿਆਂ ਨਾਲ ਸੋ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਪਿਓ ਦਾਦਿਆਂ ਨਾਲ ਦੱਬਿਆ ਗਿਆ ਅਤੇ ਯਹੋਰਾਮ ਉਹਦਾ ਪੁੱਤਰ ਉਹਦੇ ਤਾਂ ਰਾਜ ਕਰਨ ਲੱਗਾ। ਅਹਾਬ ਦਾ ਪੁੱਤਰ ਅਹਜ਼ੀਆ ਯਹੂਦਾ ਦੇ ਪਾਤਸ਼ਾਹ ਯਹੋਸ਼ਾਫਾਤ ਦੇ 17ਵੇਂ ਵਰੇ ਵਿੱਚ ਇਸਰਾਏਲ ਉੱਤੇ ਸਮਾਰੀਆ ਵਿੱਚ ਰਾਜ ਕਰਨ ਲੱਗਾ ਅਤੇ ਉਹਨੇ ਇਸਰਾਏਲ ਉੱਤੇ 2 ਵਰੇ ਰਾਜ ਕੀਤਾ। ਉਹਨੇ ਯਹੋਵਾ ਦੇ ਵੇਖਣ ਵਿੱਚ ਬੁਰੀਆਈ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਅਤੇ ਆਪਣੇ ਮਾਤਾ ਦੇ ਰਾਹ ਵਿੱਚ ਅਤੇ ਨਾਪਾਟ ਦੇ ਪੁੱਤਰ ਯਰਾਬੋਆਮ ਦੇ ਰਾਹ ਵਿੱਚ, ਜਿਸ ਇਸਰਾਏਲ ਤੋਂ ਪਾਪ ਕਰਾਇਆ ਸੀ, ਚੱਲਦਾ ਰਿਹਾ। ਕਿਉਂ ਜੋ ਉਹਨੇ ਬਾਲ ਦੀ ਪੂਜਾ ਕੀਤੀ ਅਤੇ ਉਹਦੇ ਅੱਗੇ ਮੱਥਾ ਟੇਕਿਆ। ਸੋ ਇਸਰਾਏਲ ਦੇ ਪਰਮੇਸ਼ਰ ਯਹੋਵਾ ਨੂੰ ਖਿਚਾਇਆ ਅਤੇ ਤਿਵੇਂ ਹੀ ਸਭ ਕੁਝ ਕੀਤਾ ਜਿਵੇਂ ਉਹਦੇ ਪਿਤਾ ਨੇ ਕੀਤਾ ਸੀ। ਜਬਰਾਂ ਦੀ ਪੋਥੀ ਅਧਿਆਇ 46। ਪਰਮੇਸ਼ਰ ਸਾਡੀ ਪਨਾਹ ਅਤੇ ਸਾਡਾ ਬਲ ਹੈ। ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ। ਇਸ ਕਰਕੇ ਅਸੀਂ ਨਾ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ, ਭਾਵੇਂ ਉਹਦੇ ਪਾਣੀ ਗਰਜਣ ਅਤੇ ਜੱਗ ਛੱਡਣ ਅਤੇ ਪਹਾੜ ਉਹਦੇ ਵਧਣ ਦੇ ਕਾਰਨ ਤਰਤਰਾਉਣ। ਇੱਕ ਨਦੀ ਹੈ ਜਿਹਦੀਆਂ ਤਾਰਾਂ ਪਰਮੇਸ਼ਰ ਦੇ ਨਗਰ ਨੂੰ ਅਤ ਮਹਾਨ ਦੇ ਡੇਰਿਆਂ ਦੇ ਪਵਿੱਤਰ ਸਥਾਨ ਨੂੰ ਆਨੰਦਿਤ ਕਰਦੀਆਂ ਹਨ। ਪਰਮੇਸ਼ਰ ਉਹਦੇ ਵਿੱਚ ਹੈ, ਉਹ ਨਾ ਡੋਲੇਗਾ। ਪਰਮੇਸ਼ਰ ਅੰਮ੍ਰਿਤ ਵੇਲੇ ਉਹਦੀ ਸਹਾਇਤਾ ਕਰੇਗਾ। ਕੌਮਾਂ ਨੇ ਹੁੱਲੜ ਮਚਾਇਆ, ਰਾਜ ਡੋਲ ਗਏ। ਉਹਨੇ ਆਪਣੇ ਸ਼ਬਦ ਸੁਣਾਇਆ ਅਤੇ ਧਰਤੀ ਪੰਗਰ ਗਈ। ਸੈਨਾ ਦਾ ਯਹੋਵਾ ਸਾਡੇ ਅੰਗ ਸੰਗ ਹੈ। ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਗੜ੍ਹ ਹੈ। ਆਓ ਯਹੋਵਾ ਦੇ ਕੰਮਾਂ ਨੂੰ ਵੇਖੋ, ਜਿਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤਿੱਖਰ ਲੜਾਈਆਂ ਨੂੰ ਮੁਕਾ ਦਿੱਤਾ ਹੈ। ਉਹ ਤਨੁਕ ਨੂੰ ਪੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੱਤਾ ਹੈ। ਉਹ ਰੱਦਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ। ਥੰਮ ਜਾਓ ਅਤੇ ਜਾਣ ਲਓ, ਭਈ ਮੈਂ ਹੀ ਪਰਮੇਸ਼ਰ ਹਾਂ। ਮੈਂ ਕੌਮਾਂ ਵਿੱਚ ਵਡਿਆਈ ਜਾਵਾਂਗਾ, ਮੈਂ ਧਰਤੀ ਉੱਤੇ ਵਡਿਆਈ ਜਾਵਾਂਗਾ। ਸੈਨਾ ਦਾ ਯਹੋਵਾ ਸਾਡੇ ਅੰਗ ਸੰਗ ਹੈ। ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਗੜ੍ਹ ਹੈ। ਲੂਕਾ ਦੀ ਇੰਜੀਲ ਅਧਿਆਇ 23। ਉਹਨਾਂ ਦੀ ਸਾਰੀ ਸਭਾ ਉੱਠ ਕੇ ਉਹਨੂੰ ਪਿਲਾਤੁਸ ਦੇ ਕੋਲ ਲੈ ਗਏ ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ, ਭਈ ਅਸਾਂ ਇਹਨੂੰ ਸਾਡੀ ਕੌਮ ਨੂੰ ਪਰਮਾਉਣ ਦੀਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ
ਦਿੱਤਾ। ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੈ? ਉਸਨੇ ਉਹਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ। ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ। ਪਰ ਉਹ ਹੋਰ ਵੀ ਜ਼ੋਰ ਲਾ ਕੇ ਬੋਲੇ, ਉਹ ਗਲੀਲ ਤੋਂ ਲੈ ਕੇ ਇੱਥੋਂ ਤੋੜੀ ਸਾਰੇ ਯਹੂਦੀਆ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ। ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, ਭਈ ਇਹ ਮਨੁੱਖ ਗਲੀਲੀ ਹੈ? ਅਤੇ ਜਾਂ ਉਸਨੇ ਮਾਲੂਮ ਕੀਤਾ ਜੋ ਉਹ ਹੈਰੋਦੇਸ ਦੇ ਇਲਾਕਾ ਦਾ ਹੈ, ਤਾਂ ਉਸਨੂੰ ਹੈਰੋਦੇਸ ਦੇ ਕੋਲ, ਜਿਹੜਾ ਆਪ 19 ਦਿਨੀ ਯਰੂਸ਼ਲਮ ਵਿੱਚ ਸੀ, ਘੱਲਿਆ। ਹੈਰੋਦੇਸ ਯੀਸ਼ੂ ਨੂੰ ਵੇਖ ਕੇ ਵੱਡਾ ਆਨੰਦ ਹੋਇਆ, ਕਿਉਂ ਜੋ ਉਹ ਚਿਰੋਕ ਨਾ ਉਸ ਨੂੰ ਵੇਖਣਾ ਚਾਹੁੰਦਾ ਸੀ। ਇਸ ਕਰਕੇ ਜੋ ਉਹ ਉਸ ਦੀ ਖਬਰ ਸੁਣੀ ਸੀ ਅਤੇ ਉਹਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਨਿਸ਼ਾਨ ਵੇਖ ਕੇ ਉਹਨੇ ਉਸ ਤੋਂ ਬਹੁਤੀਆਂ ਗੱਲਾਂ ਪੁੱਛਿਆ, ਪਰ ਉਹਨੂੰ ਉਸ ਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ। ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ। ਤਾਂ ਹੈਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹਨੂੰ ਬੇਪਤ ਕੀਤਾ ਅਤੇ ਟੱਟਾ ਮਾਰਿਆ ਔਰ ਭੜਕੀਲੀ पोशाक पहना के ओनु पिलातुस दे कोल मोड़ भेजिया। और उसे दिन हेरोदेस और पिलातुस आपो विच मित्र बन गए, क्योंकि जो पहला उन्हां विच वैर सी। तां पिलातुस ने प्रधान जाजकां अते सरदारां अते लोकां नूं इकट्ठे बुला के उन्हां नूं आखिया, तुसी इस मनुख नूं लोकां दा फरमाउण वाला ठहरा के मेरे कोल लिआए। और वेखो, मैं तुहानू सामने पुछ गिछ कीती अते जेड़ियां गल्लां दी तुसां इस उत्ते नाल कीती है, मैं उन्हां दे विचे इस मनुख विच कोई दोष नहीं वेखिया अते ना हेरोदेस ने, क्योंकि उसनू साडे कोल मोड़ भेजिया। और वेखो, ओदे कोलों कतल दे लायक कोई गुण नहीं होया, इसलिए मैं ओनू कोरडे मार के छड्ड दियांगा। तद उन्हां सबना रल के डंड पाई अते आखी मार दियो इसनू और बरबास नू साडे लई छड्ड दियो, जो किसे पादशाह दे कारण जो शहर विच होया सी अते खून दे कारण कैद विच पिया होया सी। तां पिलातुस ने उन्हां नूं फिर समझाया, क्यों जो ਉਹ ਯीशु ਨੂੰ ਛੁਡਾਉਣਾ ਚਾਹੁੰਦਾ ਸੀ। ਪਰ ਉਹ ਹੋਰ ਵੀ ਸੰਗ ਪਾੜ ਕੇ ਬੋਲੇ ਕਿ ਉਹਨੂੰ ਸਲੀਬ ਦਿਓ। ਉਸਨੇ ਤੀਜੀ ਵਾਰ ਉਹਨਾਂ ਨੂੰ ਆਖਿਆ, ਕਿਉਂ ਇਸਨੇ ਕੀ ਬੁਰਾਈ ਕੀਤੀ? ਮੈਂ ਇਹਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ, ਜਿਸ ਲਈ ਮੈਂ ਇਹਨੂੰ ਕੋਰਡੇ ਮਾਰ ਕੇ ਛੱਡ ਦਿਆਂਗਾ। ਪਰ ਉਹ ਉੱਚਾ ਰੋਲਾ ਪਾ ਕੇ ਉਹਦੇ ਗਲ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜਾਇਆ ਜਾਵੇ, ਅਤੇ ਉਹਨਾਂ ਦੀਆਂ ਆਵਾਜ਼ਾਂ ਬਰਬਲ ਪੈ ਗਈਆਂ। ਤਾਂ ਪਿਲਾਤੁਸ ਨੇ ਹੁਕਮ ਕੀਤਾ ਜੋ ਉਹਨਾਂ ਦੀ ਅਰਜ਼ ਦੀ ਅਨੁਸਾਰ ਹੋਵੇ, ਅਤੇ ਉਸਨੇ ਜਿਹੜਾ ਪਸਾ ਔਰ ਖੂਨ ਦੇ ਕਾਰਨ ਕੈਦ ਹੋਇਆ ਸੀ, ਜਿਹਨੂੰ ਉਹ ਮੰਗਦੇ ਸਨ, ਛੱਡ ਦਿੱਤਾ। ਪਰ ਯੀਸ਼ੂ ਨੂੰ ਉਹਨਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ। ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸਮਿਉਨ ਇੱਕ ਕੁਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਉੱਤੇ ਸਲੀਬ ਧਰੀ ਪਈ ਯੀਸ਼ੂ ਦੇ ਮਗਰ ਲੈ ਚਲੇ। ਲੋਕਾਂ ਦੀ ਵੱਡੀ ਭੀੜ ਉਹਦੇ ਪਿੱਛੇ ਗਈ, ਨਾਲ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਨਾਲ ਪਿੱਟਦੀਆਂ ਅਤੇ ਰੋਂਦੀਆਂ ਸਨ। ਪਰ ਯੀਸ਼ੂ ਉਹਨਾਂ ਦੀ ਵੱਲ ਪਿਛਾਹਾਂ ਪਾਉ ਕੇ ਬੋਲਿਆ, ਹੈ ਯਰੂਸ਼ਲਮ ਦਿਓ ਧੀਓ, ਮੈਨੂੰ ਨਾ ਰੋਵੋ, ਪਰ ਆਪ ਨੂੰ ਅਤੇ ਆਪਣੀਆਂ ਬੱਚੀਆਂ ਨੂੰ ਰੋਵੋ, ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ ਪਈ ਧਨ ਹਨ ਬਾਂਝਾਂ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਨੀਆਂ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਗਾਇਆ। ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿੱਗ ਪਓ ਅਤੇ ਟਿੱਬਿਆਂ ਨੂੰ
ਪਈ ਸਾਨੂੰ ਲੁਕਾ ਲਵੋ, ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। ਹੋਰ ਦੋਹਾਂ ਨੂੰ ਵੀ ਜੋ ਬੁਰੀਆਰ ਸਨ ਉਹਦੇ ਸੰਗ ਮਾਰਨ ਨੂੰ ਲਏ ਜਾਂਦੇ ਸਨ, ਅਤੇ ਜਾਂ ਉਸ ਤਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਤੇ ਸਲੀਬ ਤੇ ਚੜਾਇਆ ਅਤੇ ਉਹਨਾਂ ਬੁਰੀਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਆ ਖੱਬੇ। ਤਦ ਯਿਸੂ ਨੇ ਆਖਿਆ, ਹੈ ਪਿਤਾ, ਉਹਨਾਂ ਨੂੰ ਮਾਫ ਕਰ, ਕਿਉਂ ਜੋ ਉਹ ਨਹੀਂ ਜਾਣਦੇ ਪਏ ਕੀ ਕਰਦੇ ਹਨ। ਅਤੇ ਉਹਨਾਂ ਉਸਦੇ ਕੱਪੜੇ ਵੰਡ ਕੇ ਗੁਣੇ ਪਾਏ, ਔਰ ਲੋਕ ਖਲੋਤੇ ਵੇਖ ਰਹੇ ਸਨ। ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਪਏ, ਇਹ ਨੇ ਹੋਰਨਾਂ ਨੂੰ ਬਚਾਇਆ, ਜੇਕਰ ਇਹ ਪਰਮੇਸ਼ਰ ਦਾ ਮਸੀਹ ਅਤੇ ਉਹਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹਨੂੰ ਸਿਰਕਾ ਦਿੱਤਾ ਅਤੇ ਆਖਿਆ, ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਔਰ ਉਹਦੇ ਉਤਾਹਾਂ ਇਹ ਲਿਖਤ ਵੀ ਲਾਏ ਹੋਏ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨਾਂ ਬੁਰੀਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਉਸ ਨੂੰ ਮੈਨਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ ਹੈ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ। ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ਰ ਕੋਲੋਂ ਨਹੀਂ ਡਰਦਾ। ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ। ਪਰ ਉਹਨੇ ਕੋਈ ਔਗਣ ਨਹੀਂ ਕੀਤਾ ਅਤੇ ਉਹਨੇ ਆਖਿਆ, ਹੇ ਯਿਸੂ, ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਪਈ, ਅੱਜ ਤੂੰ ਮੇਰੇ ਸੰਗ ਸਵਰਗ ਵਿੱਚ ਹੋਵੇਗਾ। ਹੁਣ 2 ਪਹਿਰੇ ਹੋ ਗਏ ਸਨ ਔਰ ਸਾਰੀ ਧਰਤੀ ਉੱਤੇ 3 ਪਹਿਰ ਤਿੱਕਰ ਹਨੇਰਾ ਰਿਹਾ ਅਤੇ ਸੂਰਜ ਕਾਲਾ ਪੈ ਗਿਆ ਅਤੇ ਹੇਕਲ ਦਾ ਪਰਦਾ ਵਿਚਕਾਰੋਂ ਪਾਟ ਗਿਆ। ਤਾਂ ਇਸ ਉੱਚੀ ਆਵਾਜ਼ ਨਾਲ ਚਿल्ला ਕੇ ਆਖਿਆ ਕਿ ਹੈ ਪਿਤਾ, ਮੈਂ ਆਪਣਾ ਆਤਮਾ ਤੇਰੇ ਹੱਥੀ ਸੌਂਪਦਾ ਹਾਂ। ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ। ਤਾਂ ਸੂਬੇਦਾਰ ਨੇ ਇਹ ਵਿਦਿਆ ਵੇਖ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚੀ ਮੁੱਚੀ ਇਹ ਧਰਮੀ ਪੁਰਖ ਸੀ। ਅਤੇ ਸਭ ਲੋਕ ਜਿਹੜੇ ਇਹ ਹਵਾਲ ਵੇਖਣ ਨੂੰ ਇਕੱਠੇ ਆਏ ਸਨ, ਇਹ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ ਔਰ ਉਹਦੇ ਸਰਬਤ ਜਾਣੋ ਪਛਾਣੋ ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ, ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ। ਤਾਂ ਵੇਖੋ, ਯੂਸੁਫ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਅਤੇ ਭਲਾ ਅਤੇ ਧਰਮੀ ਸੀ ਅਤੇ ਉਹਨਾਂ ਦੀ ਮਤ ਔਰ ਕਰਮ ਵਿੱਚ ਨਹੀਂ ਸੀ ਰਲਿਆ। ਸੋ ਯਹੂਦੀਆਂ ਦੇ ਨਗਰ ਅਰਮਤਿਆ ਦਾ ਸੀ ਔਰ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਹੈ ਸੀ। ਉਹਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ ਅਤੇ ਉਸ ਨੂੰ ਉਤਾਰਿਆ ਅਤੇ ਮਹਿਨ ਕੱਪੜੇ ਵਿੱਚ ਵਲੇਟ ਕੇ ਉਹਨੂੰ ਇੱਕ ਕਬਰ ਦੇ ਅੰਦਰ ਰੱਖਿਆ, ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ, ਜਿੱਤੇ ਕਦੇ ਕੋਈ ਨਹੀਂ ਸੀ ਪਿਆ। ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ, ਉਹਨਾਂ ਵੀ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹਦੀ ਲੋਥ ਕਿੱਕਰ ਰੱਖੀ ਗਈ ਸੀ। ਤਦ ਉਹਨਾਂ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ ਉਹਨਾਂ ਨੇ ਹੁਕਮ ਮੁਜਬ ਆਰਾਮ ਕੀਤਾ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ 28, ਇਸ ਵਿੱਚ ਆਪਾਂ ਵੇਖਦੇ ਹਾਂ ਕਿ ਪਰਮੇਸ਼ਰ ਜਾਜਕਾਈ ਦੇ ਕੰਮ ਕਰਨ ਵਾਲੇ ਉਹਨਾਂ ਜਾਜਕਾਂ ਲਈ ਪਵਿੱਤਰ ਵਸਤਰ ਨੂੰ ਬਣਾਉਣ ਦਾ ਤਰੀਕਾ ਅਤੇ ਉਸ ਨੂੰ ਸਦਾ ਜਾਜਕਾਈ ਦਾ ਕੰਮ ਕਰਨ ਵੇਲੇ ਪਵਿੱਤਰ ਅਸਥਾਨ ਦੇ ਵਿੱਚ ਪਹਿਨਣ ਲਈ
ਜਾਜਕਾਂ ਨੂੰ ਸਦਾ ਦੀ ਵਿਧੀ ਕਰਕੇ ਠਹਿਰਾ ਰਿਹਾ। ਇਸ ਵਿੱਚੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਆਖਦਾ ਹੈ, ਕੋਈ ਵੀ ਪਵਿੱਤਰ ਵਸਤਰ ਬਿਨਾ ਪਰਮੇਸ਼ਰ ਦੇ ਅਸਥਾਨ ਵਿੱਚ ਉਸ ਜਾਜਕਾਈ ਦੇ ਕੰਮ ਨੂੰ ਕਰਨ ਲਈ ਨਾ ਆਵੇ। ਜਿਹੜਾ ਉਸ ਤਰ੍ਹਾਂ ਆਵੇਗਾ ਉਸ ਉੱਤੇ ਸਰਾਪ ਔਰ ਪਰਮੇਸ਼ਰ ਦੇ ਵਚਨ ਨੂੰ ਉਲੰਘਣ ਕਰਨ ਦਾ ਸਜ਼ਾ ਦਿੱਤੀ ਜਾਵੇਗੀ। ਪਹਿਲਾ ਰਾਜਿਆਂ ਦੀ ਕਿਤਾਬ ਅਧਿਆਇ 22 ਦੇ ਵਿੱਚ ਆਪਾਂ ਵੇਖਦੇ ਹਾਂ, ਆਹਾ ਇਸਰਾਏਲ ਦੇ ਰਾਜਾ ਨਾਲ ਯਹੂਦੀ ਦੇ ਰਾਜਾ ਯੋਸਫਾਤ ਪਿਆਰ ਨਾਲ ਵਸਦਾ ਹੈ ਅਤੇ ਆਹਾਬ ਯੋਸਫਾਤ ਨਾਲ ਮਿਲ ਕੇ ਆਰਾਮ ਦੇ ਰਾਜੇ ਨਾਲ ਲੜਨ ਲਈ ਜਾ ਰਿਹਾ ਅਤੇ ਉੱਤੇ ਆਪਾਂ ਵੇਖਦੇ ਹਾਂ, ਜਾਣ ਤੋਂ ਪਹਿਲਾਂ ਯਹੂਦੀ ਦੇ ਰਾਜਾ ਯੋਸਫਾਤ ਦੇ ਕਹਿਣ ਦੇ ਮਗਰੋਂ ਸਾਰੇ ਪਰਮੇਸ਼ਰ ਦੇ ਦਾਸਾਂ ਨੂੰ ਸੱਦ ਕੇ ਉਹਨਾਂ ਤੋਂ ਸਲਾਹ ਪੁੱਛਦੇ। ਉਸ ਵਿੱਚ ਸਾਰੇ ਇਸਰਾਏਲ ਪਾਦਸ਼ਾਹ ਦੇ ਪੱਕ ਗੱਲਾਂ ਕਰਦੇ। ਇਸ ਵਿੱਚ ਆਪਾਂ ਵੇਖਦੇ ਹਾਂ, ਸਿਦਕੀਆ ਨਾਮ ਦਾ ਇੱਕ ਮਨੁੱਖ ਬਹੁਤ ਕੁਝ ਬੋਲਦਾ ਤਾਂ ਕਿ ਇਸਰਾਏਲ ਦਾ ਬਾਦਸ਼ਾਹ ਉਹਨੂੰ ਕੁਝ ਸਮਝੇ, ਪਰ ਯਹੋਸ਼ਾਫਾਤ ਇਹਨਾਂ ਸਾਰੇ ਗੱਲਾਂ ਉੱਤੇ ਨਹੀਂ ਗਿਆ, ਪਰ ਉਹ ਚਾਹੁੰਦਾ ਔਰ ਕੋਈ ਆ ਕੇ ਉਹਦੇ ਜੋ ਸ਼ੱਕ ਹੈ ਉਸ ਨੂੰ ਸਹੀ ਕਰੇ। ਤਾਂ ਮਿਕਾਇਆ ਨਬੀ ਸੱਦਿਆ ਜਾਂਦਾ, ਉਹ ਆ ਕੇ ਗੱਲਾਂ ਕਰਦਾ। ਜਦੋਂ ਉਹ ਕਹਿੰਦਾ ਤੁਸੀਂ ਇੱਜ਼ਤ ਪ੍ਰਾਪਤ ਕਰੋਗੇ, ਤਦ ਇਸਰਾਏਲ ਦਾ ਬਾਦਸ਼ਾਹ ਉਹਦੇ ਉੱਤੇ ਕ੍ਰੋਧ ਕਰਦਾ। ਇਸ ਕਾਰਨ ਮਿਕਾਇਆ ਕਹਿੰਦਾ ਹੈ ਕਿ ਮੈਂ ਇਸ ਪ੍ਰਕਾਰ ਵੇਖਦਾ ਹਾਂ, ਇਸਰਾਏਲ ਦੇ ਪ੍ਰਜਾ ਜਿਸ ਪ੍ਰਕਾਰ ਅਯਾਲੀ ਮਾਰੀ ਜਾਵੇ, ਭੇਡਾਂ ਬਿਨਾ ਅਯਾਲੀ ਘੁੰਮਦੇ ਫਿਰਦੇ ਨੇ, ਉਦਾਂ ਪਹਾੜ ਉੱਤੇ ਫਿਰਦਾ ਮੈਂ ਵੇਖਦਾ ਹਾਂ। ਇਸ ਗੱਲ ਦੇ ਕਾਰਨ ਇਸਰਾਏਲ ਦਾ ਰਾਜਾ ਆਹਾਬ ਉਹਦੇ ਨਾਲ ਕ੍ਰੋਧ ਕਰਦਾ ਤੇ ਸਿਦਕੀਆ ਜਿਹੜਾ ਉਹਦੇ ਇਸਰਾਏਲ ਰਾਜਾ ਦੇ ਪੱਖ ਲੈਂਦਾ ਸੀ, ਉਹ ਆ ਕੇ ਉਹਨੂੰ ਗੱਲ ਉੱਤੇ ਮਾਰਦਾ। ਫਿਰ ਵੀ ਆਪਾਂ ਵੇਖਦੇ ਹਾਂ, ਇਸਰਾਏਲ ਦਾ ਰਾਜਾ ਆਪਣੇ ਆਪ ਦਾ ਪੇਸ ਵਟਾ ਕੇ ਉਸ ਲੜਾਈ ਦੇ ਵਿੱਚ ਜਾ ਰਿਹਾ, ਫਿਰ ਵੀ ਉਹ ਉੱਥੇ ਉਸ ਲੜਾਈ ਦੇ ਵਿੱਚ ਮਰ ਜਾਂਦਾ। ਉਹ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕਰਦਾ, ਫਿਰ ਵੀ ਉਹ ਆਪਣੇ ਆਪ ਨੂੰ ਬਚਾ ਨਹੀਂ ਪਾਉਂਦਾ। ਪਰ ਯਹੋਸ਼ਾਫਾਤ ਯਹੂਦੀ ਉੱਤੇ ਪਰਮੇਸ਼ਰ ਦੇ ਮਨ ਭਾਉਣੀ ਰਾਜ ਕਰਦਾ, ਪਰ ਆਹਾਬ ਦੇ ਬੱਚੇ ਵੀ ਉਹਦੇ ਵਾਂਗੂ ਹੀ ਪਰਮੇਸ਼ਰ ਦੇ ਖਿਲਾਫ ਘਿਨਾਉਣੀਆਂ ਕੰਮਾਂ ਨੂੰ ਇਸਰਾਏਲ ਉੱਤੇ ਕਰਦੇ ਹੋਏ ਇਸੇ ਅਧਿਆਇ ਦੇ ਵਿੱਚ ਵੇਖਦੇ ਹਾਂ। ਅੱਗੇ ਜਬਰਾਂ ਦੀ ਪੋਥੀ ਅਧਿਆਇ 46 ਦੇ ਵਿੱਚ ਆਪਾਂ ਵੇਖਦੇ ਹਾਂ, ਜਿਹੜਾ ਯਹੋਵਾ ਨੂੰ ਪਨਾਹ ਰੱਖਦਾ ਹੈ ਉਹ ਕਦੇ ਸ਼ਰਮਿੰਦਗੀ ਨਹੀਂ ਹੁੰਦਾ, ਉਹ ਕਦੇ ਕਿਸੇ ਚੀਜ਼ ਤੋਂ ਨਹੀਂ ਡਰਦਾ। ਚਾਹੇ ਸਮੁੰਦਰ ਉਹਦੇ ਖਿਲਾਫ ਉੱਠ ਖੜੇ ਅਤੇ ਸਮੁੰਦਰ ਦੇ ਪਾਣੀਆਂ ਗਰਜਣ ਅਤੇ ਸਾਰੇ ਲਹਿਰਾਂ ਉਹਨਾਂ ਖਿਲਾਫ ਉੱਠਣ ਅਤੇ ਪਹਾੜ ਉਹਨਾਂ ਦੇ ਸਾਹਮਣੇ ਤਰਤਰਾਉਣ, ਉਹ ਕਦੇ ਨਹੀਂ ਡਰਨਗੇ, ਕਿਉਂਕਿ ਉਹ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਨੂੰ ਆਪਣਾ ਪਨਾਹ ਜੋ ਬਣਾਏ। ਸੈਨਾਵਾਂ ਦਾ ਯਹੋਵਾ ਪਰਮੇਸ਼ਰ ਲੜਾਈ ਨੂੰ ਮੁਕਾਉਣ ਵਾਲਾ ਹੈ। ਉਹ ਕਦੇ ਵੀ ਆਪਣੇ ਬੱਚਿਆਂ ਨੂੰ ਲੜਾਈ ਦੇ ਵਿੱਚ ਸ਼ਰਮਿੰਦਗੀ ਹੋਣ ਨਹੀਂ ਦਿੰਦਾ। ਅੱਗੇ ਆਪਾਂ ਲੂਕਾ ਦੀ ਇੰਜੀਲ ਅਧਿਆਇ 23 ਦੇ ਵਿੱਚ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਸੂਲੀ ਦੇ ਮੌਤ ਨੂੰ। ਉਸ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਪਿਲਾਤੁਸ ਹੈਰੋਦਸ ਵਿਸ਼ਵਾਸ ਕਰਦੇ ਅਤੇ ਉਹ ਲੋਕਾਂ ਨੂੰ ਕਹਿੰਦੇ ਕਿ ਇਹ ਕਤਲ ਦੇ ਲਾਇਕ
कोई बुरी काम नहीं कीते, इनो किवें मार सुटिए। पर यहूदी कहंदे इनु सलीब दियो। उन्हां दे कहने अनुसार यीशु मसीह नु सलीब दिता जांदा। यीशु मसीह दे लोग यीशु मसीह दे प्रति मैने मार दे, पर यीशु मसीह चुप ही रहा। ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ ਇੱਕ ਡਾਕੂ ਵੀ ਪ੍ਰਭੂ ਯੀਸ਼ੂ ਮਸੀਹ ਨੂੰ ਮੈਨੇ ਮਾਰਦਾ। ਪ੍ਰਭੂ ਯੀਸ਼ੂ ਮਸੀਹ ਕਹਿ ਸਕਦਾ ਸੀ ਕਿ ਤੂੰ ਆਪਣੇ ਕੰਮ ਦੇ ਕਾਰਨ ਸਜ਼ਾ ਭੋਗਦਾ ਹੈ, ਪਰ ਮੈਂ ਕੋਈ ਅਗੋ ਜੀ ਗਲਤੀ ਨਹੀਂ ਕੀਤਾ। ਮੈਂ ਲੋਕਾਂ ਦੀ ਪਾਪਾਂ ਲਈ ਅਤੇ ਤੇਰੇ ਪਾਪਾਂ ਲਈ ਸਜ਼ਾ ਭੋਗਦਾ ਹਾਂ। ਪਰ ਉਹ ਉੱਤੇ ਵੀ ਚੁੱਪ ਹੀ ਰਿਹਾ। ਪਰ ਜਿਹੜਾ ਡਾਕੂ ਸੱਜੇ ਪਾਸੇ ਸੀ ਉਹ ਪ੍ਰਭੂ ਯੀਸ਼ੂ ਮਸੀਹ ਦੇ ਪੱਖ ਗੱਲਾਂ ਕਰਦਾ ਅਤੇ ਉਹ ਉਸ ਦਿਨ ਸਵਰਗ ਰਾਜ ਨੂੰ ਪਾ ਲੈਂਦਾ। ਅਤੇ ਇਸ ਵਿੱਚ ਵੇਖਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੇ ਸਲੀਬ ਮੌਤ ਦੇ ਵੇਲੇ ਉਹਦੇ ਨਾਲ ਕੁਝ ਭੈਣਾਂ ਜਿਹੜੇ ਗਲੀਲ ਤੋਂ ਆਏ ਪੀਛਾ ਕਰਦੇ ਆਖਰੀ ਤੱਕ ਯੀਸ਼ੂ ਮਸੀਹ ਦੇ ਨੇੜੇ ਰਹੇ। जबकि यीशु मसीह दे सारे चेले यीशु मसीह नूं छड्ड के तितर पितर हो गए। इन्हां सारे अध्याय दे विचों आपां वेखदे हां जेड़ा प्रभु उत्ते आस रख के ओदा पना लेंदा है वो बचाया जावेगा अते जेड़ा प्रभु यीशु मसीह दे लहू दे विच तोते गए वो ही उस स्वर्ग राज विच वड़दा है। जिस प्रकार उस डाकू आखिरी कड़ी दे विच प्रभु यीशु मसीह कोल माफी मंग के ओदे लहू नाल धोता गया अते वो स्वर्ग राज नूं पाउण दा मौका पा लिया। प्रभु दे प्यारियो, सो आपां नूं चाहीदा है कि सिर्फ सेनावां दा यहोवा नूं अपना पनाह बना के आसरा बना के अते उधार नूं पाइए। ना सारे वचना दे राही प्रभु तुहानू आशीष देवे। जय मसीह दी। गॉड ब्लेस यू।